ਦੁਬਈ ਦੇ ਜਿੰਨੇ ਵੀ ਜਾਮਿਆ ਮਸਾਜਿਦ ਹੈਗੀਆਂ ਨੇ, ਜਿੰਨੀਆਂ ਵੀ ਮਸਾਜਿਦ ਹੈਗੀਆਂ ਨੇ, ਉਹਨਾਂ ਸਾਰੀਆਂ ਮਸਜਿਦਾਂ ਦਾ ਜਿਹੜਾ ਅੱਜ ਦਾ ਖੁਤਬਾ ਹੈਗਾ ਸੀ, ਉਹਦਾ ਜਿਹੜਾ ਉਨਵਾਨ ਸੀ, ਮੈਂ ਉਸ ਉਨਵਾਨ ਨੂੰ ਸੁਣ ਕੇ ਤੇ ਬੇਸਾਖਤਾ ਇੱਕ ਐਸੀ ਕੈਫੀਅਤ 'ਚ ਚਲਾ ਗਿਆ ਕਿ ਜਿਹੜੀ ਕੈਫੀਅਤ ਅਲਫਾਜ਼ ਵਿੱਚ ਬਿਆਨ ਨਹੀਂ ਹੋ ਸਕਦੀ ਹੈਗੀ। ਉਹ ਉਨਵਾਨ ਇੰਨਾ ਸ਼ਾਨਦਾਰ ਉਨਵਾਨ ਸੀ ਜਿਹਨੂੰ ਅੱਜ ਦੇ ਜੁਮੇ ਦੇ ਖੁਤਬੇ ਦਾ ਮੌਜੂ ਬਣਾਇਆ ਗਿਆ। ਉਹ ਉਨਵਾਨ ਸੀ, ਖਾਨਦਾਨ ਦੇ ਵਿੱਚ ਇੱਕ ਐਸਾ ਰਿਸ਼ਤਾ ਹੁੰਦਾ ਜਿਹੜਾ ਰਿਸ਼ਤਾ ਮਾਂ ਬਾਪ ਤੋਂ ਬਾਅਦ ਸਭ ਤੋਂ ਜ਼ਿਆਦਾ ਮੁਹੱਬਤ ਦਾ, ਸਭ ਤੋਂ ਜ਼ਿਆਦਾ ਅਦਬ ਦਾ, ਸਭ ਤੋਂ ਜ਼ਿਆਦਾ ਹਕੂਕੁਲ ਇਬਾਦ ਦਾ ਤਕਾਜ਼ਾ ਰੱਖਦਾ ਹੈਗਾ। ਉਹ ਰਿਸ਼ਤਾ ਖਾਨਦਾਨੀ ਨਿਜ਼ਾਮ ਦੇ ਵਿੱਚ ਵੱਡੀ ਭੈਣ ਦਾ ਹੈਗਾ। ਜੁਮੇ ਦਾ ਮੌਜੂ ਹੀ ਭੈਣ ਸੀ, ਭੈਣ ਦੇ ਹਕੂਕ ਔਰ ਭੈਣ ਦਾ ਮੁਕਾਮ। ਮੈਨੂੰ ਬੜਾ ਅੱਛਾ ਲੱਗਿਆ ਸੁਣ ਕੇ। ਫਿਰ ਜੁਮੇ ਦੇ ਖੁਤਬੇ ਦੇ ਆਗਾਜ਼ ਦੇ ਵਿੱਚ ਹੀ ਅਲਾਮਾ ਸਾਹਿਬ ਨੇ ਇੱਕ ਹਦੀਸ ਮੁਬਾਰਕਾ ਪੜ੍ਹੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕੁਰਾਨ ਪਾਕ ਦੀ ਆਇਤ ਇੱਕ ਕੋਡ ਕੀਤੀ ਜਿਹਦੇ ਵਿੱਚ ਹਜ਼ਰਤ ਮੂਸਾ अलैहिस्सलाम ਦੀ ਜਿਸ ਵਕਤ ਪੈਦਾਇਸ਼ ਹੋਈ ਔਰ ਉਹਨਾਂ ਨੂੰ ਨੀਲ ਦੇ ਵਿੱਚ ਬਹਾਇਆ ਗਿਆ ਸੰਦੂਕ 'ਚ ਰੱਖ ਕੇ, ਤੇ ਵੱਡੀ ਭੈਣ ਨੂੰ ਭੇਜਿਆ ਗਿਆ, ਜਿਹੜਾ ਇੱਕ ਬੜਾ ਖਤਰੇ ਦਾ ਅਲਾਮਤ ਸੀ ਕਿ ਬੱਚੇ ਨੂੰ ਨਾਲ ਲੈ ਕੇ ਜਾਣਾ। ਲੇਕਿਨ ਉਸ ਭੈਣ ਨੇ ਆਪਣਾ ਪੂਰਾ ਕਿਰਦਾਰ ਜਿਹੜਾ ਉਹ ਅਦਾ ਕੀਤਾ, ਆਪਣੀ ਜਾਨ ਜੋਖਮ ਦੇ ਵਿੱਚ ਡਾਲੀ। ਫਿਰ ਉਸ ਤੋਂ ਬਾਅਦ ਨਬੀ ਸੱਲੱਲਾਹੁ अलैहि वसल्लम ਦੀ ਆਪਣੀ ਮੁਬਾਰਕ ਜ਼ਿੰਦਗੀ ਦੇ ਜਿਹੜੇ ਮੁਖਤਲਿਫ ਪਹਿਲੂ ਸਨ, ਉਹਨਾਂ ਦੇ ਵਿੱਚ ਜਿਹੜੀ ਆਪ ਦੀ ਰਜ਼ਾਈ ਭੈਣ ਹਜ਼ਰਤ ਬੀਬੀ ਸ਼ੀਮਾ ਸੀ, ਉਹਨਾਂ ਦਾ ਤਜ਼ਕਰਾ ਹੋਇਆ ਕਿ ਕਿਸ ਤਰ੍ਹਾਂ ਉਹ ਆਪ ਨੂੰ ਬਚਪਨ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਖਿਲਾਉਂਦੀ ਰਹੀ, ਆਪਣੇ ਹੱਥਾਂ ਦੇ ਨਾਲ ਆਪ ਦੇ ਲੁਕਮੇ ਆਪਣੇ ਆਪ ਦੇ ਮੂੰਹ 'ਚ ਪਾਉਂਦੀ ਰਹੀ। ਜਿਸ ਵਕਤ ਆਪ ਦਾ ਐਲਾਨ ਨਬੂਵਤ ਕੀਤਾ, ਮਦੀਨਾ ਸ਼ਰੀਫ ਦੇ ਵਿੱਚ ਆ ਗਏ, ਉਸ ਤੋਂ ਬਾਅਦ ਹਜ਼ਰਤ ਸ਼ੀਮਾ ਦੇ ਨਾਲ ਆਪ ਦੀ ਮੁਲਾਕਾਤ ਹੋਈ, ਤੇ ਉਸ ਵਕਤ ਨਬੀ ਸੱਲੱਲਾਹੁ अलैहि वसल्लम ਦੀ ਕੀ ਕੈਫੀਅਤ ਸੀ, ਆਪਣੇ ਕਿਸ ਤਰ੍ਹਾਂ ਉਹਨਾਂ ਦਾ ਇਸਤਕਬਾਲ ਕੀਤਾ ਔਰ ਕਿਸ ਤਰ੍ਹਾਂ ਆਪਣੀ ਉਸ ਰਜ਼ਾਈ ਵੱਡੀ ਭੈਣ ਨੂੰ ਰੁਖਸਤ ਕੀਤਾ। ਤੇ ਫਿਰ ਅਲਾਮਾ ਸਾਹਿਬ ਦੱਸਿਆ ਕਿ ਇਹ ਐਸੀ ਹਸਤੀ ਹੈਗੀ ਹੈ ਭੈਣ, ਜਿਹਦਾ ਅਸੀਂ ਸਾਰੀ ਜ਼ਿੰਦਗੀ ਦੇਣ ਨਹੀਂ ਦੇ ਸਕਦੇ। ਜਿੰਨੀਆਂ ਕੁਰਬਾਨੀਆਂ, ਜਿੰਨੀਆਂ ਮੁਹੱਬਤਾਂ ਇਹ ਵੱਡੀ ਭੈਣ ਨਿਛਾਵਰ ਕਰਦੀ, ਅਸੀਂ ਇੱਕ ਜ਼ਰਾ ਬਰਾਬਰ ਵੀ ਸਾਰੀ ਜ਼ਿੰਦਗੀ 'ਚ ਉਹਦਾ ਦੇਣ ਨਹੀਂ ਦੇ ਸਕਦੇ। ਤੇ ਇਹ ਜੁਮੇ ਦਾ ਖੁਤਬੇ ਦਾ ਅੱਜ ਮੌਜੂ ਸੀ, ਵੱਡੀ ਭੈਣ। ਫਿਰ ਅਲਾਮਾ ਸਾਹਿਬ ਨੇ ਦੱਸਿਆ ਕਿ ਭੈਣ ਚਾਹੇ ਅਮੀਰ ਵੀ ਹੋਵੇ, ਭੈਣ ਚਾਹੇ ਘਰੋਂ ਸੌਖੀ ਵੀ ਹੋਵੇ, ਤੇ ਭਰਾਵਾਂ ਦੇ ਉੱਤੇ ਉਹਦਾ ਫਿਰ ਵੀ ਹੱਕ ਹੁੰਦਾ ਕਿ ਭਰਾ ਉਹਦੇ ਵਾਸਤੇ ਤੋਹਫੇ ਤਹਾਇਫ, ਮਾਲੀ ਮੁਆਵਨਤ, ਮਾਲੀ ਮਦਦ ਜਾਂ ਮਾਲੀ ਤੋਹਫੇ ਤਹਾਇਫ ਜਾਂ ਕਿਸੇ ਵੀ ਕਿਸਮ ਦੇ ਤੋਹਫੇ ਤਹਾਇਫ ਜਿਹੜੇ ਨੇ ਉਹਨੂੰ ਦੇਣ। ਇਹ ਭੈਣ ਦਾ ਹੱਕ ਹੈਗਾ। ਹਾਂ, ਅਗਰ ਭੈਣ ਗਰੀਬ ਹੈਗੀ ਆ, ਫਿਰ ਭਰਾਵਾਂ ਦਾ ਹੱਕ ਜਿਹੜਾ ਉਸ ਤੋਂ ਹੋਰ ਵੀ ਜ਼ਿਆਦਾ ਭਰਾਵਾਂ ਦੇ ਉੱਤੇ ਉਹਦਾ ਹੱਕ ਵੱਧ ਜਾਂਦਾ ਹੈਗਾ ਕਿ ਆਪਣੀ ਭੈਣ ਦੀ ਇਮਦਾਦ ਕਰਨ, ਆਪਣੀ ਭੈਣ ਦੀ ਨਾਲ ਜਿਹੜਾ ਹੁਸਨ ਸਲੂਕ ਕਰਨ, ਉਹਦੀ ਮਾਲੀ ਤੌਰ 'ਤੇ ਮਦਦ ਕਰਨ, ਉਹਦੀ ਮੁਆਸ਼ੀ ਤੌਰ 'ਤੇ ਉਹਨੂੰ ਸਪੋਰਟ ਕਰਨ। ਬਾਕੀ ਸਾਰੇ ਮਾਮਲਿਆਂ ਦੇ ਵਿੱਚ ਉਹਦੀ ਜਿਹੜੀ ਹੈਗੀ ਆ ਕਦਰੋ ਕੀਮਤ ਜਿਹੜੀ ਕੀਤੀ ਜਾਵੇ, ਉਹਨੂੰ ਉਹਦਾ ਮੁਕਾਮ ਦਿੱਤਾ ਜਾਵੇ। ਉਹ ਅਗਰ ਘਰ ਆਉਂਦੀ ਆ, ਉਹਨਾਂ ਇੱਕ ਅੱਛੇ ਤਰੀਕੇ ਦੇ ਨਾਲ ਜਿਹੜਾ ਮਾਮਲਾਤ ਦੇ ਨਾਲ ਪੇਸ਼ ਆਇਆ ਜਾਵੇ, ਬਜਾਏ ਇਸ ਤੋਂ ਕਿ ਵੱਡੀ ਭੈਣ ਨੂੰ ਵੇਖ ਕੇ ਤੇ ਮੱਥੇ ਦੇ ਉੱਤੇ ਵੱਟ ਪਾਏ ਜਾਣ। ਫਿਰ ਅਲਾਮਾ ਸਾਹਿਬ ਨੇ ਬਿਆਨ ਕੀਤਾ ਕਿ ਵੱਡੀ ਭੈਣ ਖਸੂਸੀ ਤੌਰ 'ਤੇ ਜਿਸ ਵਕਤ ਉਹ ਇਸ ਉਮਰ ਦੇ ਵਿੱਚ ਪਹੁੰਚ ਜਾਵੇ, ਖਸੂਸੀ ਤੌਰ 'ਤੇ ਉਸ ਵਕਤ ਕਿ ਜਿਸ ਵਕਤ ਉਹ ਇਸ ਉਮਰ ਦੇ ਵਿੱਚ ਪਹੁੰਚ ਜਾਵੇ ਕਿ ਉਹਦਾ ਘਰ ਵਾਲਾ ਨਾ ਰਵੇ ਦੁਨੀਆ ਦੇ ਉੱਤੇ, ਉਹਦਾ ਘਰ ਵਾਲਾ ਵਫਾਤ ਪਾ ਜਾਵੇ, ਉਹਦੇ ਹਕੂਕ, ਉਹਦੇ ਹੱਕ ਜਿਹੜੇ ਨੇ ਤੁਹਾਡੇ ਉੱਤੇ ਹੋਰ ਵੱਧ ਜਾਂਦੇ ਹੈਗੇ ਨੇ।
ਉਹ ਇੰਨੇ ਵੱਧ ਜਾਂਦੇ ਹੈਗੇ ਨੇ ਕਿ ਤੁਹਾਡੇ ਉੱਤੇ ਬਾਕਾਇਦਾ ਤੌਰ 'ਤੇ ਫਰਜ਼ ਹੋ ਚੁੱਕਿਆ ਹੁੰਦਾ ਕਿ ਉਹਨੂੰ ਉਹਦੇ ਅਖਰਾਜਾਤ, ਉਹਦੇ ਆਣੇ ਜਾਣੇ, ਉਹਦੇ ਮੇਲ ਮਿਲਾਪ, ਉਹਦੇ ਕੱਪੜਾ ਲੈਣਾ ਦੇਣਾ, ਉਹਦਾ ਪੂਰਾ ਖਿਆਲ ਰੱਖਿਆ ਜਾਵੇ। ਅਤੇ ਇਹ ਸਾਰਾ ਕੁਛ ਕਰਕੇ ਵੀ ਜਿਹੜੇ ਭੈਣ ਦਾ ਹੱਕ ਆ ਉਹ ਅਦਾ ਨਹੀਂ ਹੁੰਦਾ। ਕਿਹੜਾ ਹੱਕ ਅਦਾ ਨਹੀਂ ਹੁੰਦਾ? ਜਿਹੜਾ ਉਹਨੇ ਬਚਪਨ 'ਚ ਆਪਣੇ ਛੋਟੇ ਭਰਾ ਨੂੰ ਜਾਂ ਛੋਟੀ ਭੈਣ ਨੂੰ ਆਪਣੀ ਕੁੱਛੜ ਚੁੱਕ ਕੇ ਖਿਲਾਇਆ ਹੁੰਦਾ, ਜਾਂ ਆਪਣੇ ਮੂੰਹ ਦਾ ਲੁਕਮਾ, ਆਪਣੇ ਮੂੰਹ ਦਾ ਫਲ, ਆਪਣੇ ਮੂੰਹ ਦਾ ਦਾਣਾ ਆਪਣੇ ਭਰਾ ਦੇ ਜਾਂ ਭੈਣ ਦੇ ਮੂੰਹ 'ਚ ਪਾਇਆ ਹੁੰਦਾ। ਖੁਦ ਧੁੱਪੇ ਨੰਗੇ ਪੈਰੀ ਫਿਰਦੀ ਰਹੀ ਹੋਏਗੀ ਅਤੇ ਆਪਣੇ ਭਰਾ ਨੂੰ, ਆਪਣੀ ਭੈਣ ਨੂੰ ਆਪਣੀ ਚੱਪਲ ਦੇ ਦਿੱਤੀ। ਇਹ ਹੱਕ ਕਦੀ ਵੀ ਨਹੀਂ ਹੋ ਸਕਦਾ। ਇਹ ਅੱਜ ਜੁਮਾਤੁਲ ਮੁਬਾਰਕ ਦੁਬਈ ਦੀ ਜਿਹੜੀ ਮਸਾਜਿਦ ਸੀ ਉਹਨਾਂ 'ਚ ਜਿਹੜਾ ਖੁਤਬਾ ਪੜ੍ਹਿਆ ਗਿਆ ਉਹਦਾ ਮੌਜੂ ਇਹੀ ਸੀ।